पिछले दिनी 23 तरीक ਨੂੰ मैं ਇੱਥੇ ਜਿਹੜੀ ਮੋਗਾ ਜ਼ਿਲ੍ਹੇ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਇਕੱਠ ਹੋਇਆ ਸੀਗਾ ਨਛੱਤਰ ਸਿੰਘ ਹਾਲ ਦੇ ਵਿੱਚ। ਉਸ ਦਿਨ ਮੈਂ ਸਟੇਜ ਤੋਂ ਕੁਝ ਖੁਲਾਸੇ ਕੀਤੇ ਸੀ ਕਿ ਸਿਵਲ ਹਸਪਤਾਲ ਦੇ ਵਿੱਚ ਕੀ ਚੱਲ ਰਿਹਾ ਹੈ, ਜਿਹਦੇ ਵਿੱਚ ਮੈਂ ਇੱਕ ਇਹ ਖੁਲਾਸਾ ਕੀਤਾ ਸੀਗਾ ਕਿ ਸਾਡੇ ਸਿਵਲ ਹਸਪਤਾਲ ਦੇ ਏਸੀ ਆ ਜਿਹੜੇ ਮੈਡਮ ਐਮਐਲਏ ਦੇ ਦਫ਼ਤਰ ਤੇ ਘਰ ਦੇ ਵਿੱਚ ਚੱਲ ਰਹੇ ਆ, ਔਰ ਉਸ ਤੋਂ ਇਲਾਵਾ ਸਾਡਾ ਇੱਕ ਡਰਾਈਵਰ ਹੈ ਜਿਹੜਾ ਉਹ ਜਦੋਂ ਦਾ ਅਪੁਆਇੰਟ ਹੋਇਆ ਉਹਨੂੰ ਤਕਰੀਬਨ 9-10 ਮਹੀਨੇ ਹੋ ਗਏ ਅਪੁਆਇੰਟ ਹੋਏ ਨੂੰ, ਉਦੋਂ ਤੋਂ ਲੈ ਕੇ ਹੀ ਮੈਡਮ ਐਮਐਲਏ ਦੇ ਘਰ ਜਿਹੜਾ ਕੰਮ ਕਰ ਰਿਹਾ ਸੀਗਾ। ਔਰ ਇਹ ਵੀ ਮੈਂ ਇਲਜ਼ਾਮ ਲਗਾਇਆ ਸੀਗਾ ਕਿ ਸਾਡੇ ਸਿਵਲ ਹਸਪਤਾਲ ਦਾ ਜਿਹੜਾ ਐਸਐਮਓ ਹੈ ਉਹ ਬਹੁਤ ਜ਼ਿਆਦਾ ਕਰਪਟ ਹੈ, ਔਰ ਉਹਦੇ ਵੱਲੋਂ ਜਿੱਥੇ ਸਰਕਾਰੀ ਫੰਡਾਂ ਦੇ ਵਿੱਚ ਘਪਲੇਬਾਜ਼ੀ ਕੀਤੀ ਜਾ ਰਹੀ ਹੈ, ਜਾਲੀ ਬਿੱਲ ਪਾ ਕੇ ਜਿਹੜਾ ਫੰਡਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਉਹਦੇ ਨਾਲ ਜਿਹੜਾ ਹੈਗਾ ਮੁਲਾਜ਼ਮਾਂ ਤੋਂ ਵੀ ਜਿਹੜੀ ਰਿਸ਼ਵਤ ਦੇ ਰੂਪ ਦੇ ਵਿੱਚ ਪੈਸੇ ਲਏ ਜਾ ਰਹੇ ਆ। ਸੋ ਉਹਦੇ ਸਬੰਧ ਵਿੱਚ ਇੱਕ ਜਿਹੜਾ ਵੱਡੀ ਗੱਲ ਏਸੀਆਂ ਦੇ ਸਬੰਧ ਦੇ ਵਿੱਚ ਆਈ ਸੀ, ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਕੁਝ ਖੁਲਾਸੇ ਕਰਨ ਜਾ ਰਹੇ ਹਾਂ। ਡਰਾਈਵਰ ਬਾਰੇ ਮੈਂ ਦੱਸ ਦਿਆਂ ਕਿ ਜਿਸ ਦਿਨ ਮੈਂ ਉਹ ਵੀਡੀਓ ਸਟੇਜ ਤੋਂ ਬੋਲ ਰਿਹਾ ਸੀ ਤਾਂ ਉਹ ਲਾਈਵ ਚੱਲ ਰਿਹਾ ਸੀ, ਅਤੇ ਉਸ ਤੋਂ ਤੁਰੰਤ ਬਾਅਦ ਜਿਹੜਾ ਐਮਐਲਏ ਮੈਡਮ ਨੇ ਉਹ ਡਰਾਈਵਰ ਨੂੰ ਆਪਣੇ ਕੋਠੀਓਂ ਭਜਾਇਆ ਅਤੇ ਸਿਵਲ ਹਸਪਤਾਲ ਦੇ ਵਿੱਚ ਆਇਆ। ਉਸ ਡਰਾਈਵਰ ਨੂੰ ਅਸੀਂ ਪਹਿਲੀ ਵਾਰੀ ਦੇਖਿਆ, ਨਾਮ ਜ਼ਰੂਰ ਸੁਣਿਆ ਸੀਗਾ ਕਿ ਇੱਕ ਮਨਜੀਤ ਸਿੰਘ ਦਾ ਡਰਾਈਵਰ ਹੈ, ਜਿਹੜਾ ਨਾਮ ਦਾ ਡਰਾਈਵਰ ਹੈ ਜਿਹੜਾ ਉਹ ਐਮਐਲਏ ਮੈਡਮ ਦੀ ਕੋਠੀ 'ਚ ਕੰਮ ਕਰ ਰਿਹਾ, ਅਤੇ ਸਾਰੇ ਹਸਪਤਾਲ ਦੇ ਮੁਲਾਜ਼ਮਾਂ ਨੇ ਜਿਹੜਾ ਉਹ ਪਹਿਲੀ ਵਾਰੀ ਉਹਨੂੰ ਦੇਖਿਆ। ਇਸ ਸਬੰਧ ਦੇ ਵਿੱਚ ਅੱਜ ਜਿਹੜਾ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਹੈ ਉਹ ਸਿਵਲ ਸਰਜਨ ਨੂੰ ਵੀ ਮਿਲੇ ਹੈ। ਉਹਨਾਂ ਨੇ ਇੱਕ ਆਰਟੀਆਈ ਪਾ ਕੇ ਉਸ ਡਰਾਈਵਰ ਦੇ ਸਬੰਧ ਦੇ ਵਿੱਚ ਜਾਣਕਾਰੀ ਮੰਗੀ ਹੈ ਅਤੇ ਸੀਸੀਟੀਵੀ ਫੁਟੇਜ ਮੰਗੀ ਹੈ ਸਿਵਲ ਹਸਪਤਾਲ ਮੋਗਾ ਦੀ। ਸੋ ਉਸ ਤੋਂ ਇਲਾਵਾ ਅਸੀਂ ਹੁਣ ਜਿਹੜਾ ਏਸੀਆਂ ਦਾ ਮੁੱਦਾ ਸੀਗਾ ਉਹਦੇ 'ਤੇ ਗੱਲ ਕਰਨ ਜਾ ਰਹੇ ਹਾਂ। ਸਿਵਲ ਹਸਪਤਾਲ ਮੋਗਾ ਦਾ ਐਸਐਮਓ ਡਾਕਟਰ ਸੁਖਪ੍ਰੀਤ ਸਿੰਘ ਬਰਾੜ, ਉਹਨੇ ਹੁਣ ਤੱਕ ਜਿੰਨੀਆਂ ਵੀ ਮੀਡੀਆ ਦੇ ਵਿੱਚ ਸਟੇਟਮੈਂਟਸ ਦਿੱਤੀਆਂ, ਉਹਨੇ ਇਹਨੂੰ ਡਿਨਾਈ ਕੀਤਾ ਕਿ ਅਸੀਂ ਕੋਈ ਏਸੀ ਨਹੀਂ ਖਰੀਦੇ, ਕੋਈ ਸਾਡੇ ਕੋਲ ਫੰਡ ਹੀ ਹੈ ਨਹੀਂ ਏਸੀ ਖਰੀਦਣ ਲਈ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਕਰਪਸ਼ਨ ਕੀਤੀ ਜਾਂਦੀ ਹੈ ਉਹ ਕਿਵੇਂ ਕੀਤੀ ਜਾਂਦੀ ਹੈ। ਇੱਕ ਚਿੱਠੀ ਮੁਲਾਜ਼ਮਾਂ ਨੂੰ ਜਾਰੀ ਕੀਤੀ ਗਈ ਪਿਛਲੇ ਸਮੇਂ ਦੇ ਵਿੱਚ ਐਸਐਮਓ ਵੱਲੋਂ ਹਰ ਸਾਲ ਜਿਹੜਾ ਸਰਕਾਰੀ ਫੰਡਾਂ ਦੇ ਆਡਿਟ ਹੁੰਦੇ ਆ, ਉਹ ਆਡਿਟ ਟੀਮਾਂ ਜਿਹੜੀਆਂ ਆਉਂਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਰਿਸ਼ਵਤ ਦੇ ਕੇ ਜਿਹੜੇ ਆਪਣੇ ਘਪਲੇ ਆ ਉਹਨਾਂ ਨੂੰ ਫਾਈਲਾਂ ਦੇ ਵਿੱਚ ਦਬਾਇਆ ਜਾਂਦਾ, ਉਹ ਇਹਦਾ ਪ੍ਰਤੱਖ ਸਬੂਤ ਹੈ ਕਿ ਸਿਵਲ ਐਸਐਮਓ ਨੇ ਇੱਕ ਲਿਖਤੀ ਚਿੱਠੀ ਜਿਹੜੀ ਉਹ ਕੱਢੀ ਹੈ ਆਪਣੇ ਮੁਲਾਜ਼ਮਾਂ ਨੂੰ, ਜਿਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਆਡਿਟ ਤਹਿਤ ਫੰਡ ਲੈਣ ਸੰਬੰਧੀ ਸਮੂਹ ਸਿਵਲ ਹਸਪਤਾਲ ਮੋਗਾ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਬੇਨਤੀਪੂਰਵਕ ਲਿਖਿਆ ਜਾਂਦਾ ਹੈ ਕਿ ਆਡਿਟ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਅਧਿਕਾਰੀ ਕਰਮਚਾਰੀ ਆਪਣੀ ਕੈਟਾਗਰੀ ਤੋਂ ਚਾਰਜ ਅਨੁਸਾਰ ਫੰਡ ਵਿਜੇ ਕੁਮਾਰ ਫਾਰਮੇਸੀ ਅਫਸਰ ਸਿਵਲ ਹਸਪਤਾਲ ਮੋਗਾ ਨੂੰ ਜਮ੍ਹਾਂ ਕਰਵਾਏ ਜਾਣ। ਕਹਿਣ ਤੋਂ ਭਾਵ ਕੀ ਹੈ ਕਿ ਇਹ ਵਿਜੇ ਕੁਮਾਰ ਫਾਰਮਾਸਿਸਟ ਨੇ ਸਾਰੇ ਮੁਲਾਜ਼ਮਾਂ ਤੋਂ ਪੈਸੇ ਇਕੱਠੇ ਕੀਤੇ ਔਰ ਫਿਰ ਉਹ ਆਡਿਟ ਟੀਮ ਨੂੰ ਦੇ ਕੇ ਆਡਿਟ ਪਹਿਰੇ ਬਣ ਨਹੀਂ ਦਿੱਤੇ ਗਏ। ਸੋ ਅਸੀਂ ਇਸ ਦੇ ਬਿਹਾਫ 'ਤੇ ਜਿਹੜਾ ਇਹ ਇੱਕ ਅਖਬਾਰ ਦੀ ਟੁੱਕ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਖਬਰ ਵੀ ਲੱਗੀ ਸੀ ਅਖਬਾਰ ਦੇ ਵਿੱਚ, ਔਰ ਇਹਦੇ ਵਿੱਚ ਇਹ ਐਸਐਮਓ ਖੁਦ ਮੰਨਦਾ ਪਿਆ ਕਿ ਜਿਹੜਾ ਸਾਡਾ ਜਿਹੜਾ ਰਿਕਾਰਡ ਦਰੁਸਤ ਨਹੀਂ ਹੈਗਾ, ਜਿਸ ਕਰਕੇ ਸਾਨੂੰ ਜਿਹੜਾ ਆਡਿਟ ਟੀਮਾਂ ਨੂੰ ਪੈਸੇ ਦੇਣੇ ਪੈਂਦੇ ਆ। ਸੋ ਇਹ ਚੀਜ਼ ਇੱਥੇ ਲਿਖੀ ਹੈ ਸਰ? ਹਾਂਜੀ ਬਿਲकुल ਜੀ ਬਿल्कुल। ਸੁਖਪ੍ਰੀਤ ਬਰਾੜ ਵੱਲੋਂ ਲਿਖੀ ਹੈ? हाँ, ये लिखा गया कि ऑडिट टीम के लिए फंड एकत्रित करने का खुलासा करते हुए सिविल अस्पताल के एक वरिष्ठ अधिकारी ने बताया कि सेवा में कमियों की वजह से ये राशि देनी पड़ती है। डॉक्टर समय पे नहीं आते, रिकॉर्ड पूरा नहीं रखते हैं, अन्य विभागों में भी कई खामियां हैं। अगर नियमों के अनुसार चला जाए तो डॉक्टर ही नहीं बल्कि अस्पताल का कोई भी कर्मचारी सेवा ना कर पाए। यही खामियां ऑडिट में उजागर ना हो, इसी कारण हर बार ऑडिट टीम को ये राशि देनी पड़ती है। कौन भ्रष्ट अधिकारी कौन है जी? है जी, कौन है जी भ्रष्ट अधिकारी है जिदा वर्षन पाया होया जी, जिहड़ा तुसीं कह रहे हो? नहीं, ਇਹਦੇ ਤੇ ਨਾਂ ਨਹੀਂ ਪਾਇਆ ਹੋਇਆ, ਤੇ ਬਟ ਇਹਦੇ ਵਿੱਚ ਜਿਹੜਾ ਨਾਮ ਲੈ ਕੇ ਸਾਰਾ ਕੁਝ ਲਿਖਿਆ ਗਿਆ, ਉਹਦੇ ਵਿੱਚ ਵਿਜੇ ਕੁਮਾਰ ਫਾਰਮਾਸਿਸਟ ਦਾ ਵੀ ਜਿਹੜਾ ਹੈਗਾ ਵਰਸ਼ਨ ਜਿਹੜਾ ਹੈਗਾ ਇਹਦੇ ਵਿੱਚ ਦਿੱਤਾ ਗਿਆ। ਉਹਨੇ ਵੀ ਇਹ ਗੱਲ ਜਿਹੜੀ ਮੰਨੀ ਹੈ। मैं तुहानूं पढ़ के सुनावां।
अस्पताल सूत्रों की माने तो सिविल अस्पताल में प्रति चिकित्सक 3,000 रुपये की राशि वसूली गई है। क्लैरिकल स्टाफ से 1 से 2,000 रुपये की राशि जी उनके पास उनके काम व सीट के अनुसार ली गई है। ऑडिट टीम के लिए धनराशि वसूलने की जिम्मेदारी एक फार्मासिस्ट को सौंपी गई है। दैनिक जागरण की टीम मंगलवार को जब सिविल अस्पताल में इस बात की पुष्टि करने के लिए सबसे पहले एक चिकित्सक के पास पहुंची तो पहले तो उन्होंने स्वीकार नहीं किया, लेकिन जब कुछ बातें सामने आई तो उन्होंने पुष्टि कर दी। बाद में हमारी टीम फार्मासिस्ट के पास पहुंची। फार्मासिस्ट ने भी पहले तो मना किया, लेकिन बाद में ये कहते हुए मान गए कि वो तो नए हैं, कुछ महीने पहले ही उन्होंने ज्वाइन किया है। तो उनसे कहा गया कि वे सबको देखते हुए कर दिया, अधिकारियों की बात तो माननी पड़ती है। यानी फार्मासिस्ट विजय कुमार ने यह जी गल कही है कि अधिकारियों की गल जी मननी पैंदी है, इस करके मैं जो फंड इकट्ठा किया। खबर है डेट की है जी? ये डेट तो नहीं है, पर 6 महीने पुरानी खबर हैगी है। विजय कुमार को कितना चिर हो गया? 3-4 महीने पुरानी। 3-4 महीने पुरानी है। विजय कुमार को तकरीबन 6-7 महीने हो गए जी इत्थे आए। ये अखबार च आ चुके हैं जी। ये कोरलेट कर रहे हैं जी, मैं सिर्फ मसले नूं कोरलेट कर रहा ये नाल कि किस तरह जिहड़ा सरकारी फंडां दे विच जिहड़ा गवर्नर नूं दबाया जाता है। हुण मैं गल आऊँगा कि एसीआं दी। एसी जिहड़े 4 खरीदे गए सिविल अस्पताल मोगा के नाँ ते, SMO सिविल अस्पताल मोगा के नाँ ते जिहड़ा ये बिल है 6 बिल है और ये जनता इलैक्ट्रॉनिक्स तो खरीदे गए है। ये जिहड़ा 15/8/2022 नूं एक लॉयड का AC ते स्टैबलाइजर खरीदा गया जिहदा 33,000 रुपये मुल है। और उस तो बाद 17/8 नूं फिर 2 दिन बाद एक लॉयड का AC होर खरीदा जाता है विद स्टैबलाइजर, उसका भी रेट 33,000 रुपये है। उस तो बाद 18/8 नूं यानी कि अगले दिन ही फिर एक होर AC खरीदा जाता है कैलवीनेटर का विद स्टैबलाइजर, इसका रेट 37,000 रुपये है। और उस तो अगे जिहड़ा हैगा 29/8 यानी कि अगस्त महीने दे विच 2022 दे विच ये 4 AC खरीदे गए। और चौथा AC जिहड़ा हेयर कंपनी का खरीदा गया विद स्टैबलाइजर, उसका मुल 39,000 रुपये। इस तो इलावा 2 फ्रिजां भी खरीदियां गईयां जिहदे विच एक 26/7 नूं वर्लपूल की फ्रिज जिहड़ी 13,000 रुपये की खरीदी गई है। और फिर दूसरी जिहड़ी फ्रिज हैगी है वो 30/6/2022 नूं खरीदी गई है, वर्लपूल की फ्रिज ही है भी। सो उस मौके जिहड़े सिविल अस्पताल दे विच गुरप्रीत सिंह फार्मासिस्ट उन्हां कोल इहदा चार्ज सीगा, उन्हां नाल असीं फोन ते गल कीती कि की तुहाडे नाल कोई तुहाडे रहिंदिआं इस तरह की कोई खरीदो फरोख्त की गई है, तो उन्होंने बिल्कुल मना कर दिता। और वो कहते भी मेरे तो ध्यान दे विच ही नहीं हैगी भी ये की खरीदो फरोख्त हुई है। कहण तो भाव की है कि कोई कमेटी नहीं बनाई गई, कोई मंजूरी नहीं ली गई, कोई सरकारी फंडां की जिहड़ी वरतों करन वास्ते जिहड़ी है वो मंजूरी नहीं ली गई और बारे बार जिहड़ी है खरीद की गई है। और सब तो जिहड़ी वड्डी गल लगभग 1 साल बीतन वाला है इस सारी परचेज हुई नूं, अज तक जनता इलैक्ट्रॉनिक्स की पेमेंट नहीं की गई। वो बेचारा हर रोज़ जनता इलैक्ट्रॉनिक्स का मालक इन्हां दे हस्पताल दे गेड़े मार रहा है। और अज भी वो हस्पताल आया सीगा पेमेंट लैन लई SMO कोले, पर उन्होंने अज भी पेमेंट नहीं मिली। टोटल कितनी पेमेंट बनती सर? 1,68,000 रुपया पेमेंट बनती है। असी ये मंग करते हैं कि जिला प्रशासन असी अज सिविल सर्जन नूं भी मिल के प्रैस कॉन्फ्रेंस करने तो पहलां असी ये सारे सबूत उन्होंने दे के आए हैं और उन्होंने ये मंग की है कि इहदी जिहड़ी थारो जांच करवाई जाए, विजिलेंसी जांच करवाई जाए और जिहड़ा ये पता किया जाए भी ये 4 AC ते 2 फ्रिजां ये कित्थे वरतियां जा रही है। ਜਿਹੜੇ ਬਿੱਲ ਪੇਸ਼ ਕਰ ਰਹੇ ਹੋ ਤੁਸੀਂ ਦੱਸ ਰਹੇ ਹੋ ਇਹਦੀ ਕੋਟੇਸ਼ਨਸ ਵੀ ਪਹਿਲਾਂ ਹੋਈਆਂ ਹੋਣਗੀਆਂ? ਬਿਲਕੁਲ ਬਿਲकुल वो सारा प्रोसीजर ਅਸੀਂ ਮੰਗ ਕੀਤਾ है कि वो ਕੋਟੇਸ਼ਨਾਂ ਪਹਿਲਾਂ ਤਾਂ ਉਸ ਤੋਂ ਪਹਿਲਾਂ ਤਾਂ ਕਮੇਟੀ ਬਣਦੀ ਹੈ, ਉਹ ਮਨਜ਼ੂਰੀ ਦਿੰਦੀ ਹੈ, ਫਿਰ ਕੋਟੇਸ਼ਨਾਂ ਲਈਆਂ ਜਾਂਦੀਆਂ, ਫਿਰ ਪਰਚੇਜ਼ ਹੁੰਦੀ ਹੈ। ਸੋ हाँ जी ये SMO ਦੇ ਨਾਂ ਤੇ SMO ਸਿਵਲ ਹਸਪੀਟਲ ਮੋਗਾ। ਸਰ ਕੌਣ ਸੀਗਾ SMO? ਸੁਖਪ੍ਰੀਤ ਸਿੰਘ ਬਰਾੜ ਹੀ ਹੈ ਜੀ, 2021 ਤੋਂ ਲੈ ਕੇ ਇਹੀ ਚੱਲ ਰਹੇ ਆ। ਸੋ ਇਹਨਾਂ ਦੇ ਦੌਰਾਨ ਹੀ ਇਹ ਪਰਚੇਜ਼ ਕੀਤੀ ਗਈ ਹੈ। ਪੇਮੈਂਟ ਨਹੀਂ ਹੋਈ ਹੈ ਜੀ? ਹਾਲੇ ਤੱਕ ਪੇਮੈਂਟ ਨਹੀਂ ਹੋਈ। ਸੋ ਅਸੀਂ ਜਿਹੜਾ ਆਪਣੇ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਵੱਲੋਂ ਮੰਗ ਕਰਦੇ ਹਾਂ ਕਿ ਇਹ ਇੱਕ ਸਿਰਫ ਇੱਕ ਨਮੂਨਾ ਹੈ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਸਕੈਮ ਹੈ ਉਹ ਸਾਡੇ ਕੋਲ ਹੈਗੇ ਆ। ਅਸੀਂ
ਸਾਰਾ ਕੁਝ ਪ੍ਰੈਸ ਦੇ ਵਿੱਚ ਰੱਖ ਕੇ ਇਹ ਜਿਹੜਾ ਗਦਾਲ ਚਾਹੁੰਦੇ ਨਹੀਂ ਪਾਉਣਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਵਿਜੀਲੈਂਸ ਦੀ ਜਾਂਚ ਹੋਵੇ, ਅਸੀਂ ਉਹਨਾਂ ਨੂੰ ਉਹ ਸਾਰੇ ਸਬੂਤ ਪੇਸ਼ ਕਰੀਏ ਤੇ ਵਿਜੀਲੈਂਸ ਜਿਹੜਾ ਹੈਗਾ ਇਹਦੀ ਇਨਕੁਆਇਰੀ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇ। ਸਰ 1 ਸਾਲ ਬੀਤੇ ਜਾਣ ਤੋਂ ਬਾਅਦ ਵੀ ਜਿਹੜੇ ਜਨਤਾ ਇਲੈਕਟ੍ਰੋਨਿਕਸ ਤੁਸੀਂ ਕਹਿੰਦੇ ਚੱਕਰ ਮਾਰ ਰਹੇ ਆ, ਅੱਜ ਉਹ ਵੀ ਮੀਡੀਆ ਸਾਹਮਣੇ ਪੇਸ਼ ਹੋ ਰਹੇ ਨੇਗੇ। ਇੰਨਾ ਸਮਾਂ ਕਿਉਂ ਉਹ ਮੀਡੀਆ ਸਾਹਮਣੇ ਨਹੀਂ ਆਏ ਪੈਸਿਆਂ ਦੇ ਵਿੱਚ 1 ਲੱਖ ਡੇਢ ਅਮਾਊਂਟ? ਉਹਨਾਂ ਨੂੰ ਲਾਰੇ ਲਾਏ ਜਾ ਰਹੇ ਸੀ ਵੀ ਅੱਜ ਦਿਨਾ, ਕੱਲ੍ਹ ਦਿਨਾ, ਪਰਸੋਂ ਦਿਨਾ, ਇਸ ਤਰ੍ਹਾਂ ਜਾਣੀ ਦੀ ਉਹਨਾਂ ਨੇ ਲਾਰੇ ਲਾਏ। ਸ਼ਨੀਵਾਰ ਵੀ ਉਹਨਾਂ ਨੇ ਬਹੁਤ ਫੋਨ ਕੀਤੇ, ਫਿਰ ਅਖੀਰ ਉਹਨਾਂ ਨੇ ਧਮਕੀ ਦਿੱਤੀ ਉਹਨਾਂ ਨੂੰ WhatsApp ਤੇ ਮੈਸੇਜ, ਵਾਇਸ ਮੈਸੇਜ ਕਰਕੇ ਕਿ ਜੇਕਰ ਤੁਸੀਂ ਮੇਰੇ ਪੈਸੇ ਨਾ ਦਿੱਤੇ ਤਾਂ ਮੈਂ ਲੂੰਬਾ ਜੀ ਦੇ ਨਾਲ ਸੰਪਰਕ ਕਰੂੰਗਾ। ਤੇ ਉਸ ਤੋਂ ਬਾਅਦ ਉਹਨੇ ਫੋਨ ਕੀਤਾ ਵਾਪਸ SMO ਨੇ ਜਨਤਾ ਇਲੈਕਟ੍ਰੋਨਿਕਸ ਵਾਲੇ ਨੂੰ, ਔਰ ਉਹਨੂੰ ਅੱਜ ਦਾ ਟਾਈਮ ਦਿੱਤਾ ਕਿ ਸੋਮਵਾਰ ਤੁਹਾਡੀ ਪੇਮੈਂਟ ਹੋ ਜਾਏਗੀ, ਪਰ ਅੱਜ ਵੀ ਉਹਦੀ ਪੇਮੈਂਟ ਜਿਹੜੀ ਹੈ ਨਹੀਂ ਕੀਤੀ ਗਈ। ਸਰ ਏਸੀਆਂ ਦੀ ਗੱਲ ਕਰ ਲਈਏ ਤਾਂ ਇੱਕ ਸੰਬੋਧਨ 'ਚ ਕਿਹਾ ਗਿਆ ਸੀਗਾ ਕਿ 3 ਏਸੀ ਲੱਗੇ ਆ, ਉਸ ਤੋਂ ਬਾਅਦ ਇੱਕ ਤੁਸੀਂ ਤੁਹਾਡਾ ਬਿਆਨ ਆ ਰਿਹਾ ਕਿ 2 ਏਸੀ ਲੱਗੇ ਆ, ਫਿਰ ਇੱਕ ਤੁਸੀਂ ਕਹਿ ਰਹੇ ਹੋ ਕਿ ਦੱਸਣ ਮੁਤਾਬਕ ਜਿਹੜੇ ਆ ਲੋਕਾਂ ਦੇ ਕਿ 2 ਏਸੀ ਲੱਗੇ, ਇੱਕ ਕੋਠੀ 'ਚ ਲੱਗਿਆ, ਕਿੱਥੇ ਲੱਗਿਆ। ਬਿਲਕੁਲ ਰਿਫਲੈਕਟ ਹੋ ਰਹੀਆਂ ਤੁਹਾਡੀਆਂ ਨਹੀਂ ਇਹ ਗੱਲਾਂ ਜੀ। ਦੇਖੋ ਜਿਵੇਂ ਜਿਵੇਂ ਸਾਡੇ ਕੋਲ ਪ੍ਰੂਫ ਆ ਰਹੇ ਆ ਉਹ ਗੱਲਾਂ ਥੋੜ੍ਹੀ ਬਹੁਤ ਚੇਂਜ ਆ ਜਾਂਦੀ ਹੈ, ਪਰ ਹਾਲੇ ਵੀ ਅਸੀਂ ਇਹ ਕਹਿੰਦੇ ਹਾਂ ਕਿ ਹੋ ਸਕਦਾ ਇਹ 4 ਹੀ ਏਸੀ ਜਿਹੜੇ ਹਸਪਤਾਲ 'ਚ ਨਾ ਲੱਗੇ ਹੋਣ। ਅਸੀਂ ਤਾਂ ਹੁਣ 3 ਤੋਂ 4 ਵੀ ਹੋ ਸਕਦੇ ਆ। ਚੰਡੀਗੜ੍ਹ ਕੋਠੀ 'ਚ ਲੱਗਿਆ ਤੁਸੀਂ ਕਹਿੰਦੇ? ਨਹੀਂ ਇਹ ਸਾਡੀ ਜਾਣਕਾਰੀ ਹੈ ਜੀ, ਸਾਡੇ ਜਿਹੜੇ ਬੰਦਿਆਂ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਕਹਿਣ ਮੁਤਾਬਕ ਕਿ ਇੱਕ ਤਾਂ ਜਿਹੜਾ ਮੋਗੇ ਵਰਤਿਆ ਜਾ ਰਿਹਾ ਏਸੀ ਤੇ ਇੱਕ ਚੰਡੀਗੜ੍ਹ ਵਰਤਿਆ ਜਾ ਰਿਹਾ। ਇਹ ਹੁਣ ਵਿਜੀਲੈਂਸ ਜਾਂਚ ਕਰੇ। ਜਸਟੀਫਿਕੇਸ਼ਨ ਕਿਵੇਂ ਹੋਏਗੀ ਜੇ ਉਹੀ ਏਸੀ ਹੈ ਜਿਹੜੇ ਤੁਸੀਂ ਬੋਲਦੇ ਵਾਪਸ ਆ ਗਏ ਸੀ? ਇੱਕ ਏਸੀ ਤਾਂ ਵਾਪਸ ਵੀ ਆਇਆ ਸਿਵਲ ਹਸਪਤਾਲ 'ਚ। ਅਸੀਂ ਉਹ ਵੀ ਜਾਂਚ ਦਾ ਵਿਸ਼ਾ, ਅਸੀਂ ਇਹਨੂੰ ਆਪਣੇ ਜੱਜਮੈਂਟਲ ਨਹੀਂ ਹੋ ਰਹੇ। ਅਸੀਂ ਇਹਦੇ ਵਿੱਚ ਅਸੀਂ ਇਹ ਚਾਹੁੰਦੇ ਹਾਂ ਕਿ ਇਹਦੀ ਸਾਰੀ ਦੀ ਵਿਜੀਲੈਂਸ ਜਾਂਚ ਹੋਵੇ। ਅਸੀਂ ਫੈਕਟ ਰੱਖਤੇ ਆ, ਠੀਕ ਹੈ ਨਾ, ਅਸੀਂ ਜੱਜ ਨਹੀਂ ਹੈਗੇ, ਅਸੀਂ ਫੈਕਟ ਰੱਖਤੇ ਆ। ਵਿਜੀਲੈਂਸ ਇਹਦੀ ਜਾਂਚ ਕਰੇ ਤੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੇ। ਸਾਹਿਬ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਸੀ ਕਿਸੇ ਨਿੱਜੀ ਚੈਨਲ ਤੇ, ਉਹ ਕਹਿ ਰਹੇ ਸੀਗੇ ਜਿਹੜੀ ਸਰਕਾਰੀ ਕੋਠੀ ਹੁੰਦੀ ਹੈ ਉਹ ਤੇ ਸਰਕਾਰ ਵੱਲੋਂ ਹੀ ਸਾਰਾ ਕੁਝ ਦਿੱਤਾ ਜਾਂਦਾ, ਕੋਈ ਪ੍ਰਾਈਵੇਟ ਏਸੀ ਨਹੀਂ ਲਗਾ ਸਕਦਾ ਉੱਥੇ। ਉਸ ਤੇ ਵੀ ਤੁਹਾਡੇ ਤੇ ਸਵਾਲ ਖੜੇ ਕੀਤੇ ਸੀਗੇ। ਦੇਖੋ ਜੀ ਉਹ ਸਰਕਾਰੀ ਕੋਠੀ 'ਚ ਵਰਤਿਆ ਜਾ ਰਿਹਾ ਕਿ ਪ੍ਰਾਈਵੇਟ ਵਰਤਿਆ ਜਾ ਰਿਹਾ, ਮੈਂ ਇਹੀ ਤਾਂ ਗੱਲ ਕਰ ਰਿਹਾ ਕਿ ਅਸੀਂ ਕਿਹੜਾ ਉੱਥੇ ਜਾ ਕੇ ਦੇਖਿਆ। ਇਹ ਤਾਂ ਗੱਲਾਂ ਜਿਹੜੀਆਂ ਸਾਡੇ ਕੋਲ ਆ ਰਹੀਆਂ ਅਸੀਂ ਉਹ ਗੱਲ ਕਰ ਰਹੇ ਹਾਂ, ਔਰ ਉਹ ਗੱਲਾਂ ਵੀ ਭਰੋਸੇਯੋਗ ਸੂਤਰਾਂ ਤੋਂ ਹੀ ਆ ਰਹੀਆਂ। ਕਿਉਂਕਿ ਅੱਜ ਇਸ ਤਰ੍ਹਾਂ ਸਾਡੇ ਕੋਲ ਬਿੱਲ ਪਹੁੰਚੇ ਆ ਤਾਂ ਉਹ ਗੱਲਾਂ ਵੀ ਜਿਹੜੀਆਂ, ਜੇ ਇਹ ਬਿੱਲ ਸਹੀ ਹੈ ਤਾਂ ਉਹ ਗੱਲਾਂ ਵੀ ਸਹੀ ਹੋ ਸਕਦੀਆਂ। ਇਸ ਕਰਕੇ ਇਹ ਵਿਜੀਲੈਂਸ ਦੀ ਜਾਂਚ ਹੋਵੇ ਤੇ ਫਿਰ ਜਿਹੜਾ ਹੈਗਾ ਸਾਰੀ ਜਨਤਾ ਨੂੰ ਪਤਾ ਲੱਗੇ ਕਿ ਸਾਡਾ ਜਿਹੜਾ ਟੈਕਸ ਦਾ ਪੈਸਾ ਹੈ ਉਹਦੇ ਨਾਲ ਕਿਸ ਤਰ੍ਹਾਂ ਉਹਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਜਿਹੜਾ ਉਹਨਾਂ ਨੇ ਜਾਣਕਾਰੀ ਦਿੱਤੀ ਵਾਪਸ ਆਇਆ ਸੀ ਹਸਪਤਾਲ ਦੇ ਵਿੱਚ, ਉਹ ਕਿਹੜੀ ਕੰਪਨੀ ਦਾ ਕੁਝ ਪਤਾ ਲੱਗਾ ਤੁਹਾਨੂੰ? ਨਹੀਂ ਜੀ ਅਸੀਂ ਉੱਧਰ ਨਹੀਂ ਗਏ, ਅਸੀਂ ਕਿਸੇ ਝਗੜੇ 'ਚ ਨਹੀਂ ਪੈਣਾ ਚਾਹੁੰਦੇ ਸੀ, ਕਿਉਂਕਿ ਜੇ ਅਸੀਂ ਉੱਧਰ ਜਾਂਦੇ ਕੋਈ ਸਾਨੂੰ ਰੋਕਦਾ, ਕੋਈ ਅਸੀਂ ਸਾਡੇ ਨਾਲ ਕਲੈਸ਼ ਹੁੰਦਾ, ਕੋਈ ਸਾਡੇ ਤੇ ਪਰਚਾ ਦਰਜ ਹੁੰਦਾ, ਅਸੀਂ ਇਸ ਤਰ੍ਹਾਂ ਦੇ ਕਲੈਸ਼ 'ਚ ਨਹੀਂ ਪੈਣਾ। ਜਿਹੜੇ ਭਰੋਸੇਯੋਗ ਸੂਤਰਾਂ ਨੇ ਤੁਹਾਨੂੰ ਦੱਸਿਆ ਕਿ ਏਸੀ ਇੱਕ ਵਾਪਸ ਆ ਗਿਆ ਹਸਪਤਾਲ ਦੇ ਵਿੱਚ, ਹਾਂਜੀ, ਉਹਨਾਂ ਨੇ ਇਹ ਵੀ ਦੱਸਿਆ ਹੋਣਾ ਕਿਹੜੀ ਕੰਪਨੀ ਦਾ ਏਸੀ ਵਾਪਸ ਆਇਆ? ਨਹੀਂ ਅਸੀਂ ਨਹੀਂ ਪੁੱਛਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਜਦੋਂ ਸਾਡੇ ਕੋਲ ਇਹ ਸਬੂਤ ਹੈਗੇ ਆ ਤਾਂ ਇਹਨਾਂ ਦੇ ਨਾਲ ਮੈਚ ਕਰਕੇ ਉਹ ਸਾਰਾ ਕੁਝ ਜਿਹੜਾ ਹੈਗਾ ਵਿਜੀਲੈਂਸ ਦੇ ਵਿੱਚ ਕਲੀਅਰ ਹੋਣਾ ਚਾਹੀਦਾ ਜੀ। ਲੂੰਬਾ ਜੀ ਜਿਹੜੇ ਬੰਦਿਆਂ ਨੇ ਜਾਣਕਾਰੀ ਦਿੱਤੀ ਉਹਨਾਂ ਨੂੰ ਵੀ ਮੂਹਰੇ ਲਿਆਉਣ ਦਾ ਬਣਦਾ ਸੀਗਾ? ਨਹੀਂ ਮੈਂ ਉਹਨਾਂ ਨੂੰ ਕਾਹਦੇ ਲਈ ਮੂਹਰੇ ਲਿਆਉਣਾ? ਉਹ ਮੇਰੀ ਬਦਲੀ ਹੋ ਸਕਦੀ ਹੈ, ਤੁਸੀਂ ਉਹਨਾਂ ਦੀ ਬਦਲੀ ਕਰਵਾਉਣਾ ਚਾਹੁੰਦੇ ਹੋ? ਕਮਾਲ ਹੈ। ਮੈਂ ਤਾਂ ਇਹ ਗੱਲ ਕਹਿਣਾ ਕਿ ਵੀ ਜੇ ਜਿਹੜੇ ਪ੍ਰੂਫ ਅਸੀਂ ਰੱਖ ਰਹੇ ਹਾਂ ਉਹ ਜਿਹੜਾ ਇਹਨਾਂ ਦੀ ਵਿਜੀਲੈਂਸ ਦੀ ਜਾਂਚ ਹੋ ਜੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ। ਸਰ SMO ਦੀ ਬਦਲੀ ਤੇ 3 ਲੱਖ ਰੁਪਏ 2 ਲੱਖ ਰੁਪਏ ਤੁਸੀਂ ਕਹਿ ਰਹੇ ਸੀ ਕਿ ਦਿਆ 70000 ਰੁਪਏ ਕੋਈ ਗੁਰਪ੍ਰੀਤ ਤੋਂ ਲਿਆਗਾ ਸਰ, ਉਹਦੇ ਸਬੂਤ ਹੈ ਜਿਹੜੇ ਉਹ ਅਸੀਂ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਰੱਖਾਂਗੇ। ਹੈ ਸਾਡੇ ਕੋਲ ਬਹੁਤ ਕੁਝ ਹੈ, ਪਰ ਅਸੀਂ ਉਹੀ ਗੱਲ ਵਾਰ-ਵਾਰ ਆ ਜਾਂਦੀ ਹੈ ਕਿ MLA ਵੀ ਸਾਡੇ ਮਾਣਯੋਗ ਹੈ। ਅਸੀਂ ਇਹ ਨਹੀਂ ਚਾਹੁੰਦੇ ਕਿ ਵੀ ਉਹਨਾਂ ਦੇ ਕੋਈ ਸ਼ਾਨ ਦੇ ਖਿਲਾਫ ਅਸੀਂ ਗੱਲ ਬੋਲ ਜਾਈਏ ਤੇ ਬਾਅਦ ਦੇ ਵਿੱਚ ਉਹ ਪ੍ਰੂਫ ਨਾ ਹੋਵੇ। ਸੋ ਇਸ ਕਰਕੇ ਅਸੀਂ ਉਹ ਚਾਹੁੰਦੇ ਹਾਂ ਕਿ ਇੱਕ ਵਿਜੀਲੈਂਸ ਦੀ ਜਾਂਚ ਹੋ ਜੇ, ਅਸੀਂ ਉਹ ਸਾਰੇ ਪ੍ਰੂਫ ਵਿਜੀਲੈਂਸ ਨੂੰ ਦਈਏ, ਪ੍ਰੈਸ ਨੂੰ ਦੇਣ ਦੀ ਬਜਾਏ। ਪਰ ਤੁਹਾਨੂੰ ਵਾਕਈ ਲੱਗਦਾ ਕਿ MLA ਸਾਹਿਬ ਨੇ ਖੂਨਦਾਨ ਕੈਂਪ ਕਰਕੇ ਹੀ ਬਦਲੀ ਕਰਵਾਈ? ਕਿਉਂਕਿ ਪਹਿਲਾਂ ਵੀ ਜਿਹੜੀ ਤੁਹਾਡੀ ਬਦਲੀ ਆ ਤੁਸੀਂ ਧੰਨਵਾਦ ਕੀਤਾ, ਪੋਸਟ ਤੁਸੀਂ ਸ਼ੇਅਰ ਕੀਤੀ ਫੇਸਬੁੱਕ ਤੇ। ਦੇਖੋ ਜੀ ਪਹਿਲਾਂ ਜਿਹੜੀ ਬਦਲੀ ਮੇਰੀ ਰੱਦ ਹੋਈ ਮੈਂ ਉਹਦੇ ਲਈ ਵਾਕਈ ਧੰਨਵਾਦ ਕੀਤਾ। ਉਹਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਜੀ ਦਾ ਵੀ ਬਹੁਤ ਵੱਡਾ ਰੋਲ ਸੀਗਾ, ਮੈਡਮ MLA ਨੇ ਵੀ ਮੇਰਾ ਸਹਿਯੋਗ ਕੀਤਾ। ਇੱਕ ਸਾਲ ਦਾ ਫਰਕ ਹੈ, ਔਰ ਇਸ 1 ਸਾਲ ਦੇ ਫਰਕ ਦੇ ਵਿੱਚ ਮੈਂ ਇੰਨੀ ਕਰਪਸ਼ਨ ਦੇਖੀ, ਮੈਂ ਉਹ ਆਵਾਜ਼ ਆ ਜਿਹੜੀ MLA ਮੈਡਮ ਤੱਕ ਆਪਦੇ ਪੱਧਰ ਤੇ ਪਹੁੰਚਾਉਂਦਾ ਰਿਹਾ, ਔਰ MLA ਮੈਡਮ ਨੇ ਉਹਨਾਂ ਇਸ ਕਰਪਸ਼ਨ ਨੂੰ ਰੋਕਣ ਲਈ ਕੁਛ ਨਹੀਂ ਕੀਤਾ। ਅਖੀਰ ਮੈਂ ਦੁਖੀ ਹੋ ਕੇ 3 ਜੂਨ ਨੂੰ ਫੇਸਬੁੱਕ ਤੇ ਇੱਕ ਪੋਸਟ ਵੀ ਪਾਈ ਜਿਹਦੇ 'ਚ ਮੈਂ ਵਿਅੰਗ ਕੀਤਾ ਸੀਗਾ ਕਿ ਵੀ ਜਿਹੜਾ ਕਰਪਸ਼ਨ ਹੈ ਬਿਲਕੁਲ ਖਤਮ ਹੋ ਗਈ, ਔਰ 4 MLAs ਨੇ ਜਿਹੜਾ ਹੈਗਾ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਕੋਈ ਰਿਸ਼ਵਤਖੋਰੀ ਨਹੀਂ ਹੋਏਗੀ। ਸੋ ਉਹ ਜਿਹੜੀ ਪੋਸਟ ਹੈ ਮੇਰੀ
ਉਹ ਇਸੇ ਕਰਕੇ ਮੇਰੇ ਸਮਝ ਲਓ ਵੀ ਇਸ ਗੁੱਸੇ ਦੇ ਵਿੱਚੋਂ ਨਿਕਲੀ ਸੀਗੀ, ਵਿਅੰਗ ਦੇ ਰੂਪ ਦੇ ਵਿੱਚ ਨਿਕਲੀ ਸੀ, ਕਿਉਂਕਿ ਜੋ ਪਿਛਲੇ 1 ਸਾਲ ਤੋਂ ਮੈਂ ਦੇਖਿਆ ਉਹ ਮੈਂ ਅਧਿਕਾਰੀਆਂ ਤੱਕ MLA ਮੈਡਮ ਤੱਕ ਪਹੁੰਚਾਉਂਦਾ ਰਿਹਾ, ਪਰ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਔਰ ਇਸ SMO ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਸੋ ਇਸੇ ਕਰਕੇ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਉਹਨਾਂ ਦੀ ਨੱਕ ਦੇ ਹੇਠ, ਉਹਨਾਂ ਦੀ ਛਤਰ ਛਾਇਆ ਦੇ ਹੇਠ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਸੀ ਤੇ ਕਿਉਂ ਨਹੀਂ ਕਾਰਵਾਈ ਕੀਤੀ ਗਈ ਅੱਜ ਤੱਕ। ਸੋ ਇਸੇ ਕਰਕੇ ਉਹਨਾਂ ਤੇ ਅਸੀਂ ਸਵਾਲ ਖੜੇ ਕਰ ਰਹੇ ਹਾਂ। ਸਰ, ਇਹ ਧਾਂਦਲੀ ਪਿੱਛੇ ਕੀ ਲੱਗਦਾ ਕਿਹੜੇ ਹੋਰ ਸਰਕਾਰੀ ਅਧਿਕਾਰੀ ਨੇ ਤੇ ਕਿਹੜੇ ਪੋਲੀਟੀਕਲ ਲੀਡਰਸ ਜਿਹੜੇ ਨੇ ਇਸ ਵਿੱਚ ਇਨਵੋਲਵ ਨੇ ਸਾਰੇ ਇਸ ਕਹਾਣੀ ਦੇ ਵਿੱਚ? ਦੇਖੋ ਜੀ, ਉਹੀ ਗੱਲ ਵਾਰ-ਵਾਰ ਆ ਜਾਂਦੀ ਹੈ ਕਿ ਅਧਿਕਾਰੀ ਕੌਣ ਇਨਵੋਲਵ ਨੇ। ਇਹ SMO ਸੁਖਪ੍ਰੀਤ ਬਰਾੜ ਦੱਸ ਸਕਦਾ ਹੈ, ਠੀਕ ਹੈ ਜੀ। ਅਸੀਂ ਕਿਸੇ ਦਾ ਨਾਮ ਲਵਾਂਗੇ ਤਾਂ ਉਹ ਫਿਰ ਬਾਅਦ ਦੇ ਵਿੱਚ ਉਹ ਸਾਡੇ ਤੇ ਮਾਣਹਾਨੀ ਦਾ ਪਰਚਾ ਕਰਨ ਜਾਂ ਕੁਝ ਹੋਰ ਸਾਡੇ ਤੇ ਕਰਨ, ਅਸੀਂ ਉਹ ਨਹੀਂ ਚਾਹੁੰਦੇ। ਅਸੀਂ ਇਸ ਜਿਹੜੇ ਸਾਰੇ ਵਿਸ਼ੇ ਨੂੰ ਜਿਹੜਾ ਉਹ ਉਲਝਾਉਣਾ ਨਹੀਂ ਚਾਹੁੰਦੇ, ਬਲਕਿ ਸੁਲਝਾਉਣਾ ਚਾਹੁੰਦੇ ਹਾਂ। ਸੋ ਸੁਲਝਾ ਜਿਹੜਾ ਉਹ ਸਰਕਾਰ ਸਕਦੀ ਹੈ, ਕਿਉਂਕਿ ਭਗਵੰਤ ਮਾਨ ਜੀ ਤੇ ਸਾਨੂੰ ਬੜਾ ਵਿਸ਼ਵਾਸ ਹੈ। ਉਹਨਾਂ ਨੇ ਜਿਹੜਾ ਹੈਗਾ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਮੁਹਿੰਮ ਵਿੱਢੀ ਹੋਈ ਹੈ। ਸਾਨੂੰ ਪੂਰੀ ਉਮੀਦ ਹੈ ਕਿ ਉਹ ਇਸ ਮੁਹਿੰਮ ਨੂੰ ਦੇ ਤਹਿਤ ਹੀ ਇਹਦੀ ਵੀ ਜਾਂਚ ਕਰਵਾਉਣਗੇ ਤੇ ਸਾਨੂੰ ਜਿਹੜਾ ਹੈਗਾ ਮੋਗਾ ਵਾਸੀਆਂ ਨੂੰ ਸੱਚਾਈ ਤੋਂ ਜਾਣੂ ਕਰਾਉਣਗੇ। ਇਹਨਾਂ ਦਿਨਾਂ ਵਿੱਚ ਕੋਈ ਸਰਕਾਰੀ ਅਧਿਕਾਰੀਆਂ ਨੂੰ ਉੱਪਰ ਕੋਈ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋਈ, ਡਿਪਟੀ ਡਾਇਰੈਕਟਰ ਨਾਲ, ਕੋਈ ਮੁੱਖ ਮੰਤਰੀ ਸਾਹਿਬ ਨਾਲ, ਕੋਈ ਸਕੱਤਰ ਨਾਲ, ਕਿਸੇ ਨਾਲ ਜੀ? ਕੱਲ੍ਹ ਮੁੱਖ ਮੰਤਰੀ ਦਫ਼ਤਰ ਤੋਂ ਇੱਕ ਫੋਨ ਆਇਆ ਸੀਗਾ, ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਆ ਚੁੱਕੀ ਹੈ। ਸੋ ਉਹਨਾਂ ਨੇ ਮੇਰੇ ਤੋਂ ਸਾਰੀ ਗੱਲਬਾਤ ਪੁੱਛੀ ਹੈ, ਮੈਂ ਉਹਨਾਂ ਨੂੰ ਦੱਸੀ ਹੈ ਤੇ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਵੀ ਸ਼ਾਇਦ ਇਹ ਗੱਲ ਜਲਦੀ ਕਿਸੇ ਰਿਜ਼ਲਟ ਵਾਲੇ ਪਾਸੇ ਨੂੰ ਜਾਊਗੀ। MLA ਸਾਹਿਬ ਨਾਲ ਕਿਸੇ ਜਥੇਬੰਦੀ ਤੁਹਾਡੇ ਨੁਮਾਇੰਦਿਆਂ ਦੀ ਗੱਲ ਹੋਈ ਹੋਵੇ? MLA ਸਾਹਿਬ ਇੱਥੇ ਹੀ ਉਹੀ ਗੱਲ ਆ ਗਈ ਫਿਰ ਕਿ MLA ਮੈਡਮ ਦੇ ਨਾਲ ਸਾਡੇ ਜਿਹੜੇ 23 ਤਰੀਕ ਦੀ ਸਾਡੀ ਜਿਹੜੀ ਮੀਟਿੰਗ ਸੀ, ਉਸ ਤੋਂ ਇੱਕ ਦਿਨ ਪਹਿਲਾਂ ਸ਼ਹਿਰ ਦੇ ਕੁਝ ਲੋਕਾਂ ਨੇ ਕੋਸ਼ਿਸ਼ ਕੀਤੀ ਵੀ ਸਾਡੀ MLA ਨਾਲ ਮੀਟਿੰਗ ਹੋ ਜੇ, ਪਰ ਕਿਉਂਕਿ ਉਸ ਵੇਲੇ ਤੱਕ ਜਿਹੜਾ ਹੈਗਾ ਮੈਂ ਆਪਣਾ ਸਾਰਾ ਮਸਲਾ ਮੈਂ 4 ਦਿਨ ਲਗਾਤਾਰ MLA ਮੈਡਮ ਨੂੰ ਇਹ ਗੱਲ ਪਹੁੰਚਾਉਂਦਾ ਰਿਹਾ ਉਹਨਾਂ ਤੱਕ ਕਿ ਮੈਡਮ ਆਪਾਂ ਬੈਠ ਕੇ ਇਸ ਮਸਲੇ ਨੂੰ ਸੁਲਝਾ ਲਈਏ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਹ ਗੱਲਾਂ ਪ੍ਰੈਸ ਦੇ ਵਿੱਚ ਜਾਣ। ਮੈਂ ਨਹੀਂ ਚਾਹੁੰਦਾ ਕਿ ਸਾਨੂੰ ਜਿਹੜੀ ਅਸੀਂ ਇਨਕਲਾਬ ਦੇ ਨਾਂ 'ਤੇ ਇੱਕ ਆਸ ਲੈ ਕੇ ਆਏ ਹਾਂ ਲੋਕਾਂ ਦੇ ਵਿੱਚ, ਉਹਦਾ ਮਜ਼ਾਕ ਉੱਡੇ। ਸੋ ਇਸ ਕਰਕੇ ਮੈਂ ਉਹਨਾਂ ਦੇ ਘਰ ਦੇ ਮੂਹਰੇ ਇੱਕ ਦਿਨ ਮੈਨੂੰ ਬੁਲਾਇਆ ਵੀ ਗਿਆ। ਸਵਰਨ ਸਿੰਘ ਇੱਕ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਹੈ, ਉਹਨੇ ਮੈਨੂੰ ਬੁਲਾਇਆ ਕਿ ਮੈਂ ਤੁਹਾਡੀ MLA ਨਾਲ ਮੀਟਿੰਗ ਕਰਵਾਉਣਾ ਹੈ। ਇੱਕ ਦਿਨ ਪਹਿਲਾਂ 22 ਤਰੀਕ ਦੀ ਸ਼ਾਮ ਨੂੰ ਮੈਂ 1.5 ਘੰਟਾ MLA ਮੈਡਮ ਦੇ ਬਾਹਰ, ਜਿਹੜੀ ਘਰ ਦੇ ਬਾਹਰ ਪਾਰਕ ਆ ਉਹਦੇ ਵਿੱਚ ਘੁੰਮਦਾ ਰਿਹਾ, ਪਰ ਉਹ ਬੰਦੇ ਨੇ ਨਾ ਮੈਨੂੰ ਫੋਨ ਕੀਤਾ ਤੇ ਨਾ ਮੇਰਾ ਫੋਨ ਚੱਕਿਆ। ਸੋ ਇਸ ਕਰਕੇ ਅਗਲੇ ਦਿਨ ਜਿਹੜਾ ਮੈਂ ਆਪਦੀ ਜਥੇਬੰਦੀ ਨੂੰ ਸਾਰਾ ਆਪਦਾ ਕੇਸ ਦਿੱਤਾ ਕਿ ਵੀ ਹੁਣ ਇਹ ਸੰਘਰਸ਼ ਆ ਜਿਹੜਾ ਤੁਸੀਂ ਲੜਨਾ ਹੈ। ਤੇ ਉਸ ਤੋਂ ਬਾਅਦ ਜਦੋਂ ਗੱਲ ਹੋਈ, ਇਹਨਾਂ ਦੀ ਗੱਲ ਹੋਈ ਮੈਡਮ ਦੇ ਨਾਲ, ਤਾਂ ਇਹਨਾਂ ਨੇ ਇੱਕੋ ਹੀ ਸ਼ਰਤ ਰੱਖੀ ਸੀ ਕਿ ਵੀ ਮੈਡਮ ਅਸੀਂ ਜਿਹੜਾ ਕਿਸੇ ਵੀ ਪਬਲਿਕ ਪਲੇਸ 'ਤੇ ਜਾਂ ਸਿਵਲ ਹਸਪਤਾਲ ਦੇ ਵਿੱਚ ਬੈਠ ਕੇ ਤੁਹਾਡੇ ਨਾਲ ਮੀਟਿੰਗ ਕਰਾਂਗੇ, ਤੁਸੀਂ ਆ ਜਾਓ। ਪਰ ਉਹਨਾਂ ਨੇ ਇਹ ਗੱਲ ਸ਼ਰਤ ਮੰਨਣ ਤੋਂ ਇਨਕਾਰ ਕਰਤਾ। ਉਹ ਕਹਿੰਦੇ ਜੀ ਵੀ ਜੇ ਮੀਟਿੰਗ ਹੋਏਗੀ ਤਾਂ ਮੇਰੇ ਘਰ ਹੀ ਹੋਊਗੀ, ਹੋਰ ਕਿਤੇ ਨਹੀਂ ਹੋਊਗੀ। ਸੋ ਜਥੇਬੰਦੀ ਨੇ ਘਰ ਜਾਣ ਤੋਂ ਇਨਕਾਰ ਕਰਤਾ। 3 ਜੁਲਾਈ ਦਾ ਸਰ ਕੀ ਪ੍ਰੋਗਰਾਮ ਹੈ ਜਥੇਬੰਦੀ ਦਾ? 3 ਜੁਲਾਈ ਨੂੰ ਤੁਹਾਨੂੰ ਸੰਘਰਸ਼ ਕਮੇਟੀ ਦੇ ਕਨਵੀਨਰ ਸਾਹਿਬ ਸਾਡੇ ਕਰਮਜੀਤ ਮਾਣੂਕੇ ਜੀ ਤੇ ਡਾਕਟਰ ਇੰਦਰਵੀਰ ਗਿੱਲ ਜੀ, ਇਹਨਾਂ ਨੇ ਦੱਸ ਦਿੱਤਾ ਹੈ ਕਿ ਇੱਕ ਲਾਮਸਾਲ ਇਕੱਠ ਜਿਹੜਾ ਮੋਗਾ ਸ਼ਹਿਰ ਦੇ ਵਿੱਚ ਹੋਊਗਾ ਔਰ MLA ਡਾਕਟਰ ਅਮਨਦੀਪ ਕੌਰ ਅਰੋੜਾ ਦੇ ਘਰ ਵੱਲ ਜਿਹੜਾ ਮਾਰਚ ਕੀਤਾ ਜਾਊਗਾ। ਪੋਲੀਟੀਕਲ ਲੀਡਰਸ ਜਾਂ ਕੋਈ ਹੋਰ ਬਾਹਰੋਂ ਜਥੇਬੰਦੀਆਂ ਕੋਈ ਪੰਜਾਬ ਤੋਂ ਆ ਰਹੀਆਂ? ਦੇਖੋ ਜੀ ਆਉਣਗੀਆਂ ਸਾਰੇ ਪੰਜਾਬ ਤੋਂ, ਕਿਉਂਕਿ ਮੇਰੇ ਵੀ ਬਹੁਤ ਜ਼ਿਆਦਾ ਲਿੰਕ ਹੈਗੇ ਆ ਤੇ ਜਿਹੜੀਆਂ ਜਥੇਬੰਦੀਆਂ ਮੇਰੇ ਸੰਘਰਸ਼ ਦੀ ਅਗਵਾਈ ਕਰ ਰਹੀਆਂ ਉਹਨਾਂ ਦੇ ਵੀ ਸਾਰੇ ਪੰਜਾਬ ਦੇ ਵਿੱਚ ਲਿੰਕ ਹੈਗੇ ਆ। ਇਹ ਸੰਘਰਸ਼ ਆ ਜਿਹੜਾ ਸਿਰਫ ਮੋਗਾ ਲੈਵਲ ਦਾ ਨਹੀਂ ਹੋਊਗਾ, ਪੂਰੇ ਪੰਜਾਬ ਲੈਵਲ ਦਾ ਹੋਊਗਾ ਔਰ ਸਾਨੂੰ ਉਮੀਦ ਹੈ ਕਿ 10,000 ਤੋਂ ਉੱਪਰ ਇਕੱਠ ਹੋਏਗਾ ਉਹਦੇ ਵਿੱਚ। ਪਹਿਲੀ ਤਾਂ ਗੱਲ ਹੈ ਜੀ, ਲੂੰਬਾ ਸਾਹਿਬ ਸਾਡੇ ਚਲੋ ਬਹੁਤ ਵਧੀਆ ਵਰਕਰ ਆ। ਦੂਸਰੀ ਗੱਲ ਹੈ, ਮੈਨੂੰ ਇਹ ਨਹੀਂ ਸਮਝ ਆਉਂਦੀ, ਉਹ ਇੰਪਲੋਈ ਸਿਵਲ ਸਰਜਨ ਦਫ਼ਤਰ ਦੇ ਆ। ਸਿਵਲ ਹਸਪਤਾਲ ਨਾਲ ਉਹਨਾਂ ਦਾ ਕੀ ਇੰਨਾ ਜ਼ਿਆਦਾ ਮੋਹ ਆ ਜੋ ਹਰ ਚੀਜ਼ 'ਚ ਉਹ ਸਿਵਲ ਹਸਪਤਾਲ ਨੂੰ ਅੱਗੇ ਦਿਖਾ ਰਹੇ ਆ। ਅਤੇ ਦੂਸਰੀ ਗੱਲ ਜਿਹੜੀ ਤੁਸੀਂ ਬਿੱਲਾਂ ਦੀ ਕੀਤੀ ਹੈ ਜੀ, ਉਹ ਮੈਟਰ ਸਾਡੇ ਅੱਗੇ ਪੁੱਟ ਹੋਈ ਹੈ, ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਉਹ ਵੀ ਇਹ ਬਿੱਲ AC ਕਿੱਥੇ ਆਏ ਆ, ਕਿਉਂਕਿ ਪੁਰਾਣੇ ਸਟੋਰ ਕੀਪਰ ਨੂੰ ਇਸ ਬਾਰੇ ਪਤਾ ਸੀ ਅਤੇ ਅਰਾਊਂਡ 1 ਆਵਰ ਦੇ ਵਿੱਚ ਅਸੀਂ ਤੁਹਾਨੂੰ ਇਹਦੀ ਸਾਰੀ ਜਸਟੀਫਿਕੇਸ਼ਨ ਕਰਕੇ ਤੁਹਾਡੇ ਸਾਹਮਣੇ ਕਰ ਦਾਂਗੇ। ਕੋਈ ਜਾਣਕਾਰੀ ਹੈ ਸਰ ਤੁਹਾਡੇ 'ਚ, ਕਿਉਂਕਿ 2022 ਦੇ ਜਿਹੜੇ ਬਿੱਲ ਦੱਸੇ ਜਾ ਰਹੇ ਆ 1 ਸਾਲ ਪਹਿਲਾਂ ਤਕਰੀਬਨ ਅਸੀਂ ਪਰਚੇਜ਼ ਕੀਤੇ ਗਏ ਸੀ? ਸਰ ਐਕਚੁਅਲੀ ਅਸੀਂ ਸਾਰਾ ਆਪਦਾ ਰਿਕਾਰਡ ਚੈੱਕ ਕਰ ਰਹੇ ਹਾਂ ਸਟੋਰ ਕੀਪਰ ਦੇ ਕੋਲ, ਅਤੇ ਤੁਹਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਵਿਦਿਨ 1 ਆਵਰ ਅਸੀਂ ਸਾਰਾ ਤੁਹਾਨੂੰ ਕਲੀਅਰ ਕਰ ਦਾਂਗੇ। ਕੋਈ ਜਾਣਕਾਰੀ ਹੈ ਵੀ ਇਸ ਤਰ੍ਹਾਂ AC ਆਏ ਆ ਜੀ, ਪਰਚੇਜ਼ ਹੋਏ ਆ? ਸਰ ਤੁਹਾਨੂੰ ਅੰਡਰ ਇਨਵੈਸਟੀਗੇਸ਼ਨ ਆ, ਤਾਂ ਮੈਂ ਤੁਹਾਨੂੰ ਇਸ ਤਰ੍ਹਾਂ ਡਾਇਰੈਕਟਲੀ ਦੱਸ ਨਹੀਂ ਸਕਦਾ। ਡੈਫੀਨੇਟਲੀ 1 ਆਵਰ ਬਾਅਦ
40-45 ਮਿੰਟ ਬਾਅਦ ਅਸੀਂ ਲੱਗੇ ਹੋਏ ਸਾਰੇ ਜਾਣੇ ਚੈੱਕ ਕਰ ਰਹੇ ਸੀਰੀਜ਼ ਨੰਬਰ, ਅਤੇ ਅਸੀਂ ਤੁਹਾਨੂੰ ਜਿਹੜੇ ਲਾਸਟ ਈਅਰ ਜਿੰਨੀ ਵੀ ਪਰਚੇਜ਼ ਹੋਈ ਹੈ ਕੀ ਉਹਦਾ ਸੀਰੀਅਲ ਨੰਬਰ ਉਹ ਅਸੀਂ ਦੇਖ ਕੇ ਤੁਹਾਨੂੰ ਦੱਸ ਦਾਂਗੇ। ਐਸਐਮਓ ਸਾਹਿਬ, ਇਹ ਲੂੰਬਾ ਜੀ ਨੇ ਇਹ ਵੀ ਗੱਲ ਕਹੀ ਹੈ ਕਿ ਇਹਨਾਂ ਏਸੀਆਂ ਦੀ ਪੇਮੈਂਟ ਨਹੀਂ ਹੋਈ ਦੁਕਾਨਦਾਰ ਨੂੰ। ਕੋਈ ਦੁਕਾਨਦਾਰ ਤੁਹਾਡੇ ਕੋਲ ਪੇਮੈਂਟ ਲੈਣ ਆਉਂਦਾ ਇਸ ਬਾਰੇ? ਨਹੀਂ ਜੀ, ਮੇਰੇ ਕੋਲ ਦੁਕਾਨਦਾਰ ਨਹੀਂ ਪੇਮੈਂਟ ਲੈਣ ਆਇਆ। ਤੇ ਆਮ ਤੌਰ ਤੇ ਕਿਹੜੀ ਦੁਕਾਨ ਤੋਂ ਪਹਿਲਾਂ ਸਮਾਨ ਆਉਂਦਾ ਜੀ? ਕੁਛ 3-4 ਦੁਕਾਨਾਂ ਵਾ ਜੀ ਜਿੱਥੋਂ ਸਾਡਾ ਸਮਾਨ ਆਉਂਦਾ, ਉਹਦੀ ਕੋਟੇਸ਼ਨ ਸਟੋਰ ਕੀਪਰਸ ਕੋਲ ਹੈਗੀਆਂ ਵਾ, ਉਹਨਾਂ ਕੋਲ ਸਮਾਨ ਆਇਆ ਜੀ। ਲੂੰਬਾ ਜੀ ਵੱਲੋਂ ਤੁਹਾਡੇ ਤੇ ਵੀ ਕਾਫੀ ਆਰੋਪ ਲਗਾਏ ਗਏ ਨੇ ਕਰਪਸ਼ਨ ਨੂੰ ਲੈ ਕੇ। ਤੁਸੀਂ ਦਰਖਾਸਤ ਵੀ ਦਿੱਤੀ ਹੈ ਕੋਈ ਪੁਲਿਸ ਨੂੰ? ਹਾਂਜੀ, ਐਸਐਸਪੀ ਸਾਹਿਬ ਨੂੰ ਰਿਟਨ ਦਿੱਤੀ ਹੈ ਜੀ ਕਿ ਮੇਰੇ ਕਰੈਕਟਰ ਐਸੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ। ਉਸ ਬਾਰੇ ਅੱਜ ਉਹਨਾਂ ਨੇ ਮੈਨੂੰ ਬੁਲਾਇਆ ਵਾ ਜੀ, ਅਤੇ ਐਸਐਸਪੀ ਸਾਹਿਬ ਨੇ ਉਹਨਾਂ ਦੇ ਆਫਿਸ 'ਚ ਮੈਂ ਇੱਥੋਂ ਫ੍ਰੀ ਹੋ ਕੇ ਉੱਥੇ ਜਾ ਕੇ ਪੇਸ਼ ਹੋਊਂਗਾ ਜੀ। ਕੀ ਕਾਰਨ ਕੀ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਇਲਜ਼ਾਮ ਉਹਨਾਂ ਵੱਲੋਂ ਖੁੱਲ੍ਹੇਆਮ ਲਗਾਏ ਜਾ ਰਹੇ? ਜੀ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਵੀ ਇੰਪਲੋਈ ਉਹ ਸਿਵਲ ਸਰਜਨ ਦਫ਼ਤਰ ਦੇ ਆ ਅਤੇ ਮੋਹ ਪਿਆਰ ਉਹਨਾਂ ਨੂੰ ਸੁਖਪ੍ਰੀਤ ਦੇ ਨਾਲ ਜ਼ਿਆਦਾ ਵਾ ਜੀ। ਮੈਨੂੰ ਤਾਂ ਅੱਜ ਤੱਕ ਨਹੀਂ ਗੱਲ ਪਈ, ਜਦ ਕਿ ਜਦੋਂ ਵੀ ਉਹਨਾਂ ਨੂੰ ਕੋਈ ਕੰਮ ਪਿਆ ਹਰ ਵੇਲੇ ਅਸੀਂ ਉਹਨਾਂ ਦੀ ਹੈਲਪ ਕੀਤੀ ਹੈ। ਬਲੱਡ ਡੋਨੇਸ਼ਨ ਕੈਂਪ ਲਗਾਇਆ, 1 ਹਫ਼ਤਾ ਅਸੀਂ ਪੂਰਾ ਉਹਨਾਂ ਦੇ ਨਾਲ ਜਹਿਦ ਕਰਦੇ ਰਹੇ ਹਾਂ। ਏਰੀਆ ਦਿੱਤਾ, ਸਭ ਕੁਝ ਉਹਨਾਂ ਨੂੰ ਦਿੱਤਾ, ਜਿੱਥੇ ਜਿੱਥੇ ਉਹਨਾਂ ਨੇ ਜੋ ਉਹਨਾਂ ਨੇ ਡਿਮਾਂਡ ਸੀ ਪੂਰੀਆਂ ਕੀਤੀਆਂ।